ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਖ ਹਰ ਦਇਆਲਾ, ਨਾਨਕ ਘਰ ਕੇ ਗੋਲੇ। अंदर सजाने हो लाया प्रीतम अपने, तन मन होए निहाल, जागुर देखा सामने। ਗੁਰੂ ਨਾਨਕ ਗੁਰੂ ਨਾਨਕ ਚਾਰੇ ਜਾਗੇ ਚਹੁ ਜੁਗੀ, ਪੰਚਾਇਨ ਪ੍ਰਭ ਆਪੇ ਹੋਆ। ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਆ। ਪੜ੍ਹ। ਚਾਰੇ ਜਾਗੇ ਚਹੁ ਜੁਗੀ, ਪੰਚਾਇਣ ਆਪੇ ਹੋਆ। ਆਪੀ ਨੇ ਆਪ ਸਾਜਿਓ, ਆਪੇ ਹੀ ਥੰਮ ਖਲੋਆ। ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਆ। ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾ ਨਰੋਆ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਉਗਵਣ ਹੋ ਤੇ ਅਥਾਨ ਵੋ, ਚੌ ਚੱਕੀ ਕੀ ਅਨਲੋਆ। ਜਿਨੀ ਗੁਰੂ ਨਾ ਸੇਵਿਓ, ਮਨ ਮੁਖਾਂ ਪਾਪਿਆ ਮੁਆ। ਚਾਰੇ ਜਾਗੇ ਚਹੁ ਜੁਗੀ, ਪੰਚਾਇਨ ਪ੍ਰਭ ਆਪੇ ਹੋਆ। ਆਪੇ ਪੱਟੀ ਕਲਮ ਆਪੇ ਲਿਖਣ ਹਾਰਾ ਹੋਆ। ਬਾਜ ਗੁਰੂ ਅੰਧੇਰ ਹੈ, ਖੈ ਖੈ ਮਰਦਾ ਬਹੁ ਬਿਦਲੋ। ਚਾਰਾਂ ਯੁੱਗਾਂ ਦੇ ਵਿੱਚ ਚਾਰ ਵੇਦ ਹੋਏ ਨੇ। ਪੰਜਵਾਂ ਉਹ ਆਪ ਹੈ। ਪੰਜਵੇਂ ਗੁਰੂ ਗ੍ਰੰਥ ਸਾਹਿਬ ਪਰਮੇਸ਼ਰ ਦਾ ਰੂਪ ਚਾਰੇ ਚੌ ਯੁੱਗਾਂ ਵਿੱਚ ਜਾਗੇ ਨੇ। ਪੰਜਵਾਂ ਪਰਮੇਸ਼ਰ ਆਪ ਚੌ ਯੁੱਗਾਂ ਦੇ ਚਾਰ ਅਵਤਾਰ ਵੀ ਨੇ।
जुग जुग सतगुरु धरे अवतारी। पंजवें ने साहिब श्री गुरु ग्रंथ साहिब जी। बाबा जी कहते कहो धन गुरु नानक। ये धन धन सतगुरु देव जी ने। सतगुरु देव प्रतख हर मूर्त, जो अमृत बचन सुनावे। साडे दुख दलिदर दूर करते हैं। महापुरुषों के राही गद्दी गुरु ग्रंथ साहिब जी कोल आई गुरुआं दी। जदों गुरगद्दी सौंपी, कले गुरु ग्रंथ साहिब दियां परिक्रमा नहीं, नाल पंज प्यारे भी ने। आखो सी पंज हजूरी विच महापुरख खड़ा रहे। कि ग्रंथ भी है, पंथ भी है, ते संत भी है। जिंदे बगैर नहीं सरेगा। महापुरुष बाबा नंद सिंह जी साहिब श्री गुरु ग्रंथ साहिब जी नूं मनदे आ ते प्रगट गुरु नानक करके मनदे। कलगीधर पातशाह ने महापुरखां कोल भेजे, जाओ महापुरखां कोल। हिंद च भी क्या है, बाज गुरु अंधेर है, खै खै मरदे बहु बिद लोहा। गुरु तो बगैर हनेरा। दुनिया मरदी खै खै। पढ़ियोगे बरतिया पाप। भरतया पाप जगत रते, तौल उड़ीना निस दिन होआ। सारे संसार के पाप वरते। ये धरती जेड़ी ये उदास हो गई। जेड़ी जेड़े धौल बलद जिन्हें धर्म धरती नूं चकिया सी रोंदा पिया। वो है धर्म। धौल धर्म दया का पूत। जिस धर्म ने चकिया है क्यों रो रहा है? वो है दया का पुत्र। बाज दया। बाज दया बलहीन होए, निगर चले रसातल टोआ। बिना दया तो बलहीन हो गए, बस निगर चले किसी टोए च गर्क जावांगे। ये धर्म जेड़ा है ना, ये जिंदे च दया नहीं है, वो निगर जाएगा। अंदर दया होवे। गुरु साहब कहते कसाई पुना ना करो धर्मी बन के। खड़ा एक तै पैर ते, पापा संग बहु पारा होआ। एक तो पैर एक रह गया। जिंदे चार पैर सी, जिस दे चार पैर सन तख्त दे, उनके तीन खत्म हो, इको ही रह गया। एक पैर ते खड़ा।
ਪਾਪਾਂ ਨਾਲ ਭਾਰਾ ਵੀ ਹੋ ਗਿਆ। ਪਾਪਾਂ ਦੇ ਨਾਲ ਭਾਰਾ ਵੀ ਹੋ ਗਿਆ। ਇੱਕ ਪੈਰ ਤੇ ਖੜਾ ਹੈ। ਅਜੇ ਗੁਰੂ ਤੋਂ ਬਗੈਰ ਕੋਈ ਪਾਪ ਲਾਹ ਨਹੀਂ ਸਕਦਾ। ਬਾਬਾ ਜੀ ਦੇ ਸਮੇਂ, ਬਾਬਾ ਈਸ਼ਰ ਸਿੰਘ ਜੀ ਦੇ ਸਮੇਂ ਬੜਾ ਵੱਡਾ ਭਾਰ ਪਾਪ ਆਇਆ ਧਰਤੀ ਤੇ। ਤਾਈਓ ਆਉਣਾ ਬਾਬੇ ਨੂੰ ਪਿਆਰ। ਜਦੋਂ ਸੁਣੀ ਨਾ ਪੁਕਾਰ ਕਿਸੇ ਦੇਵ ਨੇ, ਤਾਈਓ ਆਉਣਾ ਬਾਬੇ ਨੂੰ ਪਿਆਰ। ਜਦੋਂ ਸੁਣੀ ਨਾ ਪੁਕਾਰ ਕਿਸੇ ਦੇਵ ਨੇ, ਤਾਈਓ ਆਉਣਾ ਬਾਬੇ ਨੂੰ ਪਿਆਰ। ਸੁਣੀ ਨਾ ਪੁਕਾਰ ਕਿਸੇ ਦੇਵ ਨੇ, ਤਾਈਓ ਆਉਣਾ ਬਾਬੇ ਨੂੰ ਪਿਆਰ। ਜਦੋਂ ਸੁਣੀ ਨਾ ਪੁਕਾਰ ਕਿਸੇ ਦੇਵ ਨੇ, ਤਾਈਓ ਆਉਣਾ ਬਾਬੇ ਨੂੰ ਪਿਆਰ। ਤਾਈਓ ਆਉਣਾ ਬਾਬੇ ਨੂੰ ਪਿਆਰ, ਤਾਈਓ ਆਉਣਾ ਬਾਬੇ ਨੂੰ ਪਿਆਰ। ਆਉਣਾ ਬਾਬੇ ਨੂੰ ਪਿਆਰ, ਤਾਈਓ ਆਉਣਾ ਬਾਬੇ ਨੂੰ ਪਿਆਰ। ਜੀ ਤਾਈਓ ਆਉਣਾ ਬਾਬੇ ਨੂੰ ਪਿਆਰ, ਤਾਈਓ ਆਉਣਾ ਬਾਬੇ ਨੂੰ ਪਿਆਰ। ਆਉਣਾ ਬਾਬੇ ਨੂੰ ਪਿਆਰ, ਤਾਈਓ ਆਉਣਾ ਬਾਬੇ ਨੂੰ ਪਿਆਰ। ਉਹ ਜਦੋਂ ਸੁਣੀ ਨਾ ਪੁਕਾਰ ਕਿਸੇ ਦੇਵ ਨੇ, ਤਾਈਓ ਆਉਣਾ ਬਾਬੇ ਨੂੰ ਪਿਆਰ। ਜਦੋਂ ਸੁਣੀ ਨਾ ਪੁਕਾਰ ਕਿਸੇ ਦੇਵ ਨੇ, ਤਾਈਓ ਆਉਣਾ ਬਾਬੇ ਨੂੰ ਪਿਆਰ। ਸੁਣੀ ਨਾ ਪੁਕਾਰ ਕਿਸੇ ਦੇਵ ਨੇ, ਤਾਈਓ ਆਉਣਾ ਬਾਬੇ ਨੂੰ ਪਿਆਰ। ਜਦੋਂ ਸੁਣੀ ਨਾ ਪੁਕਾਰ ਕਿਸੇ ਦੇਵ ਨੇ, ਤਾਈਓ ਆਉਣਾ ਬਾਬੇ ਨੂੰ ਪਿਆਰ। ਸਾਧੂਆਂ ਤੋਂ ਬਗੈਰ ਧਰਤੀ ਨੇ ਕਿਹਾ ਮੇਰਾ ਮਾੜਾ ਹਾਲ। ਨਾਮ ਜਪਣ ਵਾਲੇ ਮਹਾਂਪੁਰਸ਼ ਹੋਣ, ਜਪਾਉਣ ਵਾਲੇ, ਜਿਹੜਾ ਨਾਮ ਦਾ ਛੱਟਾ ਦੇਣ। ਪਾਪਾਂ ਨਾਲ ਭਾਰੀ ਹੋ ਗਈ, ਪਾਪ ਬਹੁਤ ਵੱਧ ਗਏ। ਖੜਾ ਕੱਤੇ ਪੈਰ ਤੇ ਪਾਪ ਸੰਗ ਬਹੁ ਭਾਰਾ ਹੁਆ। ਥੰਮੇ ਕੋਈ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ। ਮਹਾਂਪੁਰਸ਼ਾਂ ਤੋਂ ਬਗੈਰ ਕੋਈ ਥੰਮ ਨਹੀਂ ਸਕਦਾ। ਅਸੀਂ ਦੇਖਦੇ ਰਹੇ ਹਾਂ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੁਨੀਆ 'ਚ ਵਾਰਦਾਤਾਂ ਸ਼ੁਰੂ ਹੋਈਆਂ, ਇੱਧਰ ਉੱਧਰ ਮਾਰ ਮਰੀਆ, ਕਿਧਰੇ ਕੋਈ ਮਾਰ ਕੇ ਗਾਇਬ ਹੋ ਗਏ, ਚਲੇ ਗਏ, ਕਿਧਰੇ ਕੋਈ
ਐਸੀਆਂ ਹਰਕਤਾਂ ਹੋਣ ਲੱਗੀਆਂ। ਸਭ ਤੋਂ ਪਹਿਲੀ ਮਹਾਂਪੁਰਖਾਂ ਨੂੰ ਪਤਾ ਹੁੰਦਾ ਹੈ। ਲਾਲਾ ਅਖਬਾਰ ਦਾ ਸੀ, ਟ੍ਰਿਬਿਊਨ ਅਖਬਾਰ ਦਾ, ਜਗ ਬਾਣੀ ਦਾ, ਜਿਹਨੇ ਕੋਈ ਮਾੜੀਆਂ ਹਰਕਤਾਂ ਕੀਤੀਆਂ ਸੀ ਸਿੱਖ ਪੰਥ ਪ੍ਰਤੀ, ਉਹਨੂੰ ਫਿਰ ਲਿਆ ਵਿੱਚ, ਉਹਦੇ ਤੇ ਗੋਲੀਆਂ ਚੱਲੀਆਂ। ਇਵੇਂ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ ਥਾਂ ਥਾਂ, ਪਰ ਕਿਸੇ ਨੂੰ ਚੇਤਾ ਹੋਵੇ ਨਾ ਹੋਵੇ, ਸਭ ਤੋਂ ਪਹਿਲੀ ਗੋਲੀਆਂ ਬਾਬਾ ਕੁੰਦਨ ਸਿੰਘ ਜੀ ਨੇ ਆਪਣੇ ਤੇ ਚਲਵਾਈਆਂ। ਉਦੋਂ ਕਿਸੇ ਤੇ ਸ਼ੁਰੂ ਨਹੀਂ ਹੋਈਆਂ ਸੀ। ਬਾਬਾ ਜੀ ਤੇ ਗੋਲੀ ਚੱਲੀ, ਵਿਰੋਧੀਆਂ ਨੇ ਇੱਕ ਸੇਵਾਦਾਰ ਦੇ ਬਾਂਹ 'ਚ ਲੱਗੀ, ਬਾਬਾ ਜੀ ਦੇ ਉੱਪਰੋਂ ਲੰਘੀ। ਕਲਗੀਧਰ ਪਾਤਸ਼ਾਹ ਪ੍ਰਤੱਖ ਸੀ ਨਾਲ। ਬਾਬਾ ਜੀ ਨੇ ਭਾਰ ਆਪਣੇ ਤੇ ਚੱਕ ਲਿਆ। ਇਧਰ ਦੇਸ਼ ਵਿੱਚ ਗੜਬੜ ਹੋ ਰਹੀ ਹੈ, ਉਧਰ ਬਾਬਾ ਕੁੰਦਨ ਸਿੰਘ ਜੀ ਦਾ ਦਿਨੋਂ ਦਿਨ ਸਰੀਰ ਢਿੱਲਾ ਹੋ ਗਿਆ। ਦਿਨੋਂ ਦਿਨ ਭਾਰ ਵੱਧ ਰਿਹਾ। ਮਹਾਂਪੁਰਸ਼ ਕਹਿੰਦੇ ਸੀ ਦੁਨੀਆ ਦਾ ਭਾਰ ਚੱਕੀ ਖੜੋਤੇ। ਬਾਬਾ ਕੁੰਦਨ ਸਿੰਘ ਜੀ ਬੜੇ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼, ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ, ਬਾਬਾ ਠਾਕਰ ਸਿੰਘ ਜੀ, ਬਾਬਾ ਮੀਆਂ ਸਿੰਘ ਜੀ, ਕਹਿੰਦੇ ਸੀ ਇਹਨਾਂ ਨੇ ਭਾਰ ਚੱਕਿਆ ਹੋਇਆ ਸੰਸਾਰ ਦਾ। ਬਾਬਾ ਜੀ ਨੇ ਸੰਸਾਰ ਦਾ ਭਾਰ ਚੱਕਿਆ। ਜਿਹੜੀ ਬਹੁਤ ਗੰਦੀ ਭਿਆਨਕ ਲੜਾਈ ਸੀ, ਇਹ ਸੀ ਇਹ ਲੁੱਟ ਖਸੁੱਟ ਮਾਰ ਮਰੀਆ ਬੰਦ ਨਹੀਂ ਹੋਏਗਾ, ਤੇ ਨਾ ਹੀ ਕਿਤੇ ਬੰਦ ਹੋਇਆ ਹੈ। ਜਿੱਥੇ ਸ਼ੁਰੂ ਹੋ ਗਏ, ਕਸ਼ਮੀਰ 'ਚ ਪਹਿਲੋਂ ਦਾ ਚੱਲਦਾ ਚੱਲੀ ਜਾਂਦਾ, ਅਸਾਮ ਵਿੱਚ ਨਾਗਾਲੈਂਡ ਚੱਲਦਾ ਚੱਲੀ ਜਾਂਦਾ, ਇੱਧਰ ਲੰਕਾ ਵੱਲ ਚੱਲਦਾ ਚੱਲੀ ਜਾਂਦਾ ਹੈ ਅਜੇ ਵੀ। ਪਰ ਆਪਣੇ ਪੰਜਾਬ ਦੇ ਵਿੱਚ ਕਿਉਂ ਬਿਲਕੁਲ ਖਤਮ ਹੋ ਗਿਆ? ਇੱਥੇ ਪੂਰਨ ਮਹਾਂਪੁਰਖ ਬੈਠੇ ਸੀ, ਬਾਬਾ ਕੁੰਦਨ ਸਿੰਘ ਜੀ ਮਹਾਰਾਜ। ਬਾਬਾ ਜੀ ਨੇ ਕਿਹਾ ਸੀ ਬਿਲਕੁਲ ਸ਼ਾਂਤੀ ਲਿਆਵਾਂਗੇ, ਬਿਲਕੁਲ। ਇੰਨਾ ਨਾਮ ਜਪਿਆ ਤੇ ਜਪਾਇਆ ਮਹਾਂਪੁਰਖਾਂ ਨੇ। ਬਾਬਾ ਖੇਮ ਸਿੰਘ ਜੀ ਨੇ ਸੁਖਮਣੀ ਦੀਆਂ ਲੜੀਆਂ ਚਲਾ ਦਿੱਤੀਆਂ। ਇੰਨੀ ਸਮਰੱਥਾ ਰੱਖਦੇ ਸੀ ਬਾਬਾ ਕੁੰਦਨ ਸਿੰਘ ਜੀ, ਬਾਬਾ ਖੇਮ ਸਿੰਘ ਜੀ ਮਹਾਂਪੁਰਖ, ਵੱਡੀ ਸਮਰੱਥਾ ਰੱਖਦੇ ਸੀ। ਦਰਬਾਰ ਸਾਹਿਬ ਦੇ ਅੰਦਰ ਪੁਲਿਸ ਦਾਖਲ ਹੋ ਗਈ, ਫੌਜ। ਬਾਬਾ ਖੇਮ ਸਿੰਘ ਜੀ ਮਹਾਰਾਜ ਕੁੱਤਿਆਂ ਨੂੰ ਕੁੱਟ-ਕੁੱਟ ਕੇ ਬਾਹਰ ਕੱਢਣ ਲੱਗੇ ਡੇਰੇ 'ਚ। ਅੱਜ ਪੁੱਛੋ ਦੇ ਡੇਰੇ ਵਿੱਚ ਕੋਈ ਕੁੱਤਾ ਨਹੀਂ ਹੁੰਦਾ। ਬੜੇ ਕੁੱਤੇ ਸੀ ਇੱਥੇ ਬਾਬਾ ਜੀ ਦੇ ਵੇਲੇ ਤੋਂ ਰੱਖੇ ਹੋਏ। ਉਹਨਾਂ ਨੂੰ ਰੋਟੀ ਪਾਣੀ ਸਭ ਕੁਝ ਦਿੱਤਾ ਜਾਂਦਾ ਸੀ। ਬਾਬਾ ਖੇਮ ਸਿੰਘ ਜੀ ਮਹਾਂਪੁਰਖਾਂ ਨੇ ਬਾਜ ਨੂੰ ਖਰਾਬ ਨਾ ਕਰਿਆ ਕਰ, ਬਦਲ ਜੇ ਦਿੱਤੀ। ਬਾਬਾ ਖੇਮ ਸਿੰਘ ਜੀ ਮਹਾਂਪੁਰਖਾਂ ਨੇ ਤੇ ਕੀ ਕਰਨਾ ਬਾਜ ਨੂੰ? ਆਪ ਮੁੜਾਸਾ ਮਾਰ ਲਿਆ। ਸਹੀ ਕਰ ਪਾਈ ਆਵਾਜ਼, ਗੂੰਜਣ ਜੇ ਲੱਗ ਪਈ।
ਜਿੱਥੇ ਟਿੱਕੀ ਰਹਿੰਦੀ ਉੱਥੇ ਚੱਲਣ ਦਿਆ ਕਰੋ, ਘੱਟ ਕਰ ਇਹਨੂੰ। ਕੁੱਤਿਆਂ ਨੂੰ ਬਾਰ-ਬਾਰ ਕੱਢਣਾ ਸ਼ੁਰੂ ਕੀਤਾ, ਕੁੱਟ-ਕੁੱਟ ਕੇ। ਕਹਿੰਦੇ ਡੇਰੇ ਚੋਂ ਬਾਹਰ ਕੱਢ ਦਿਓ ਸਾਰੇ ਕੁੱਤੇ। ਨਾਲ ਦੀ ਨਾਲ ਖਬਰ ਆ ਗਈ ਕਿ ਦਰਬਾਰ ਸਾਹਿਬ ਤੋਂ ਫੌਜ ਬਾਹਰ ਨਿਕਲ ਗਈ। ਸਮਰੱਥਾ ਮਹਾਂਪੁਰਖਾਂ ਕੋਲ। ਵੱਡੇ ਵੱਡੇ ਭਿਆਨਕ ਦੁੱਖ ਤਕਲੀਫਾਂ, ਬੜਿਆਂ ਸੇਵਕਾਂ ਦੇ ਕੇਸ ਬਣ ਕੇ ਉਸ ਸਮੇਂ ਪਾਈ ਜਾਂਦੇ ਸੀ। ਜਿੰਦੇ ਤੇ ਜੀ ਕਰਦਾ ਸੀ, ਜਿੰਦੇ ਤੇ ਦਿਲ ਕਰਦਾ ਸੀ, ਕੇਸ ਪਾਈ ਜਾਂਦੇ ਸੀ। ਬਾਬਾ ਜੀ ਨੇ ਕਹਿੰਦੇ ਇੱਕ ਵੀ ਕਾਗਜ਼ ਨਹੀਂ ਰਹਿਣ ਦਿਆਂਗੇ ਸੇਵਕਾਂ ਨੂੰ, ਜਿਨ੍ਹਾਂ ਦੇ ਇਧਰੋਂ ਉਧਰੋਂ, ਕਿਉਂਕਿ ਪੁਲਿਸ ਪਾਈ ਜਾਂਦੀ ਸੀ ਕੇਸ। ਇਹਦੇ ਕੋਲ ਕੋਈ ਮਾੜੇ ਬੰਦੇ ਠਹਿਰੇ ਆਣ ਕੇ, ਇਹ ਨਾਲ ਸੀ, ਇਹਨੇ ਰੋਟੀ ਖਵਾਈ, ਇਹਨੇ ਆਹ ਕੀਤਾ, ਇਹਨੇ ਪਨਾਹ ਦਿੱਤੀ। ਉਹ ਰਾਖੀ ਕਰਨ ਵਾਸਤੇ ਆਏ ਸੀ। ਸਾਡੇ ਨੇੜੇ ਮੰਦਰਾਂ ਦੇ ਬਹੁਤ ਵੱਡੀ ਵਾਰਦਾਤ ਹੋਈ। ਮੈਂ ਕਿਹਾ ਮੰਦਰਾਂ ਦਾ ਨਾਮ ਵਿੱਚ ਆ ਜਾਏਗਾ ਠਾਠ ਦਾ, ਕਿਉਂਕਿ ਉਹ ਉੱਥੋਂ ਰੋਟੀ ਪਾਣੀ ਖਾਣ, ਚਾਹ ਪਾਣੀ ਛਕਣ ਕੋਈ ਵੀ ਆ ਸਕਦਾ ਲੰਗਰ 'ਚ। ਵੀ ਇਹ ਵਾਰਦਾਤ ਸਾਰੀ ਇਹ ਗੁਰਦੁਆਰੇ ਤੇ ਪੈ ਜਾਏਗੀ, ਮੰਦਰਾਂ ਤੇ। ਜਿਹੜੇ ਇੱਥੋਂ ਰੋਟੀ ਪਾਣੀ ਖਾ ਕੇ ਗਏ ਵਾਪਸ ਫਿਰ ਇੱਥੇ ਆ ਗਏ, ਰੋਟੀ ਪਾਣੀ ਚਾਹ ਪਾਣੀ ਛਕ ਕੇ ਆਪੋ ਆਪਣੇ ਥਾਵਾਂ ਨੂੰ ਨਿਕਲ ਗਏ। ਹਰ ਧਾਰਮਿਕ ਸਥਾਨਾਂ ਤੇ ਇਉਂ ਕਰਦੇ ਸੀ। ਬਾਬਾ ਜੀ ਕੋਲ ਮੈਂ ਆ ਗਿਆ, ਬੇਨਤੀ ਨਹੀਂ ਕੀਤੀ ਅਜੇ, ਚਿੱਤ ਵਿੱਚ ਤੇ ਬਾਬਾ ਜੀ ਬੈਠੇ ਮੇਜ਼ ਦੇ ਉੱਤੇ, ਸਟੂਲ ਦੇ ਉੱਤੇ, ਪੈਰ ਘਸਾਉਣ ਲੱਗ ਪਏ ਜ਼ਮੀਨ ਤੇ। ਮੈਂ ਅੰਦਰੇ ਅੰਦਰ ਬੇਨਤੀ ਕਰ ਰਿਹਾ ਕਿ ਬਾਬਾ ਜੀ ਇੱਥੇ ਲੋੜ ਬੋਝ ਨਾ ਪੈ ਜੇ ਠਾਠ ਤੇ। ਉਹਨਾਂ ਨੇ ਬੜੇ ਬੜੇ ਕੁੱਤੇ ਵੀ ਹੁੰਦੇ ਸਰਕਾਰ ਦੇ ਕੋਲ ਛੱਡਣ ਵਾਸਤੇ, ਪਿੱਛੇ ਲੱਭਣ ਵਾਸਤੇ। ਉਹ ਜਿਹੜੇ ਵੀ ਕੁੱਤੇ ਲਿਆਂਦੇ, ਖੋਜੀ ਲਿਆਂਦੇ, ਕੋਈ ਵੀ ਲਿਆਂਦੇ, ਉਹ ਪੈੜਾ ਹੀ ਗਾਇਬ ਹੋ ਜਾਣ ਸਾਰੀਆਂ। ਬਾਬਾ ਕੁੰਦਨ ਸਿੰਘ ਜੀ ਬੈਠੇ ਬੈਠੇ ਪੈਰ ਘਸਾਈ ਗਏ। ਮੈਂ ਕਿਹਾ ਹੁਣ ਅੰਦਰ ਦੀ ਬੇਨਤੀ ਕੀਤੀ ਅਜੇ ਬਾਬਾ ਜੀ ਕੋਲ, ਬਾਹਰੋਂ ਨਹੀਂ ਕੀਤੀ। ਤੇ ਬੇਨਤੀ ਕੀਤੀ ਬਾਅਦ ਵਿੱਚ, ਕਹਿੰਦੇ ਕੋਈ ਨਹੀਂ ਹੋਣ ਲੱਗਾ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ। ਪੱਤ ਰੱਖੀ, ਪਰਮਾਤਮਾ ਪੱਤ ਰੱਖਦਾ ਹੈ, ਦੁੱਖ ਸੁੱਖ ਦੂਰ ਕਰਦਾ ਹੈ। ਕਹਿੰਦੇ ਸਾਧੂ ਬਿਨਾਂ ਕੋਈ ਨਹੀਂ ਸਮਝ ਸਕਦਾ। ਪ੍ਰਿਥੀ ਚੰਦ ਨੇ ਆਪਣੇ ਛੋਟੇ ਭਰਾ ਨੂੰ ਕਿਹਾ ਸੀ ਕਿ ਗੁਰੂ ਰਾਮਦਾਸ ਜੀ ਨੇ ਨਿਆਂ ਨਹੀਂ ਕੀਤਾ, ਗੁਰਗੱਦੀ ਗੁਰੂ ਰਾਮਦਾਸ ਨੂੰ, ਗੁਰੂ ਅਰਜਨ ਸਾਹਿਬ ਜੀ ਨੂੰ ਦੇ ਕੇ। ਮੈਂ ਸੇਵਾ ਕੀਤੀਆਂ ਸਾਰੀਆਂ, ਹੱਕ ਮੇਰਾ ਸੀ। ਚੱਲ ਮੇਰੇ ਵਿੱਚ ਕੋਈ ਦੋਸ਼ ਸੀ ਤੇ ਮੇਰੇ ਤੋਂ ਛੋਟਾ ਮਹਾਦੇਵ ਤੂੰ ਸੀ, ਇਹ ਗੱਦੀ ਦਾ ਹੱਕ ਤੈਨੂੰ ਮਿਲਣੀ ਚਾਹੀਦੀ ਸੀ। ਇਹ ਅਰਜਨ ਨੂੰ ਗੁਰਗੱਦੀ ਮਿਲੀ ਏ, ਇਹ ਠੀਕ ਨਹੀਂ।
ਗੁਰੂ ਰਾਮਦਾਸ ਪਿਤਾ ਗੁਰੂ ਰਾਮਦਾਸ ਆਪਣੀ ਮੌਜ ਤੇ ਆਨੰਦ ਵਿੱਚ ਰਹਿੰਦੇ ਸੀ। ਇਹ ਬੜੇ ਚਤਰ ਨੇ ਭਾਈ ਗੁਰਦਾਸ ਵਰਗੇ, ਬਾਬਾ ਬੁੱਢਾ ਜੀ ਵਰਗੇ। ਇਹਨਾਂ ਮੇਰੇ ਨਾਲ ਵਿਰੋਧਤਾ ਕਰਦੇ ਹੀ ਆਏ ਨੇ। ਪੁਰਾਣੇ ਗੁਰੂਆਂ ਦੇ ਸਿੱਖ ਨੇ, ਵਿਦਵਾਨ ਨੇ। ਇਹ ਸਾਰੀਆਂ ਚਲਾਕੀਆਂ ਇਹਨਾਂ ਦੀਆਂ। ਗੁਰੂ ਅਰਜਨ ਸਾਹਿਬ ਨੂੰ ਗੁਰਗੱਦੀ ਦਿਵਾਉਣੀ ਇਹਨਾਂ ਦਾ ਕੰਮ ਹੈ। ਹੱਕ ਨਹੀਂ, ਉਹ ਛੋਟਾ ਹੈ ਸਾਰਿਆਂ ਤੋਂ। ਤੇ ਆਪਾਂ ਇਹਨਾਂ ਦੀਆਂ ਚੱਲਣ ਨਹੀਂ ਦੇਣੀਆਂ। ਇਹਨਾਂ ਨੇ ਛਲ ਕੀਤਾ ਹੈ, ਜ਼ਬਰਦਸਤੀ ਕੀਤੀ। ਗੁਰਗੱਦੀ ਉੱਪਰ ਤੂੰ ਬੈਠ ਮਾਂ ਦੇ, ਮੈਂ ਤੈਨੂੰ ਬਣਾਉਣਾ। ਮੈਂ ਸਾਰਾ ਕਾਰ ਮੁਖਤਿਆਰ ਬਣਾਂਗਾ, ਕੰਮ ਕਾਰ ਸੰਭਾਲਾਂਗਾ। ਤੂੰ ਗੁਰਗੱਦੀ ਉੱਪਰ ਬਹਿਣਾ, ਆਸ਼ੀਰਵਾਦ ਹੀ ਦੇਣੀ। ਬਸ ਆਈਆਂ ਸੰਗਤਾਂ ਨੂੰ ਦਰਸ਼ਨ ਦੇਣੇ, ਆਸ਼ੀਰਵਾਦ ਦੇਣੀ, ਕਾਰੋਬਾਰ ਮੈਂ ਸੰਭਾਲਣਾ ਹੈ। ਸੰਗਤਾਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਸਾਰੀਆਂ। ਆਪਾਂ ਗੁਰਗੱਦੀ ਲਾਈਏ ਘਰ ਵਿੱਚ, ਗੁਰੂ ਅਰਜਨ ਦੀ ਨਹੀਂ ਚੱਲਣ ਦੇਣੀ। ਇਹ ਛਲ ਕੀਤਾ ਗਿਆ। ਮਹਾਦੇਵ ਕਹਿਣ ਲੱਗਾ, ਭਰਾਤਾ ਗੁਰੂ ਰਾਮਦਾਸ ਪਿਤਾ ਗੁਰੂ ਰਾਮਦਾਸ ਪੂਰੇ ਨੇ, ਉਹਨਾਂ ਨੂੰ ਕੋਈ ਛਲ ਨਹੀਂ ਸਕਦਾ। ਉਹਨਾਂ ਨੇ ਜੋ ਕੀਤਾ ਹੈ ਉਹਨਾਂ ਦੀ ਰਜਾ, ਉਹਨਾਂ ਨੇ ਠੀਕ ਕੀਤਾ। ਜੋ ਤੂੰ ਕਹਿਣਾ ਹੈ ਕਿ ਗੱਦੀ ਲਾ ਕੇ ਮੈਂ ਬੈਠਾ ਆਸ਼ੀਰਵਾਦਾਂ ਦਿਆਂ, ਮੈਂ ਕਰ ਸਕਦਾ। ਆਸ਼ੀਰਵਾਦ ਦੇਣੀ ਕੋਈ ਔਖੀ ਨਹੀਂ, ਗੱਦੀ ਲਾਉਣੀ ਕੋਈ ਔਖੀ ਨਹੀਂ। ਤੂੰ ਬੜਾ ਇਹਦੇ 'ਚ ਕਾਮਯਾਬ ਹੈ। ਸੰਗਤਾਂ ਨੂੰ ਲਿਆਉਣਾ, ਇਕੱਠੀਆਂ ਕਰਨਾ, ਗੁਰੂ ਦੀ ਉਸਤਤ ਕਰਨੀ, ਤੂੰ ਕਰ ਲੇਗਾ। ਤੂੰ ਇਹਨਾਂ 'ਚ ਕਾਮਯਾਬ ਹੈ, ਤੂੰ ਕਰਦਾ ਹੈ। ਤੂੰ ਬੜੀਆਂ ਸੰਗਤਾਂ ਇਕੱਠੀਆਂ ਕਰ ਲੇਗਾ, ਜੋੜ ਲੇਗਾ। ਮੈਂ ਗੁਰਗੱਦੀ ਲਾ ਕੇ ਬੜੀਆਂ ਆਸ਼ੀਰਵਾਦਾਂ ਦੇ ਦਿਆਂਗਾ, ਦਰਸ਼ਨ ਦੇਵਾਂਗਾ। ਪਰ ਵੀਰ ਜੀ ਇਹਨਾਂ ਕੋ ਦੱਸ ਦਿਓ, ਜਦੋਂ ਡੁੱਬਦੇ ਸਿੱਖ ਦੇ ਬੇੜੇ ਪਾਰ ਕਰਨੇ ਪਏ, ਤੂੰ ਕਰੇਂਗਾ ਕਿ ਮੈਂ ਕਰਾਂਗਾ? ਮੇਰੇ 'ਚ ਸਮਰੱਥਾ ਨਹੀਂ। ਜੇ ਤੇਰੇ 'ਚ ਦੁਨੀਆ ਦਾ ਬੋਝ ਚੱਕਣ ਦੀ ਸਮਰੱਥਾ ਹੈ ਤੇ ਤੂੰ ਫਿਰ ਠੀਕ ਹੈ, ਮੇਰੇ ਵਿੱਚ ਤਾਂ ਹੈ ਨਹੀਂ। ਆਪਾਂ ਗੁਰੂ ਬਣਾ ਸਕਦੇ ਹਾਂ, ਪਰ ਡੁੱਬਦੇ ਬੇੜੇ ਦੇ ਦੁਨੀਆ ਦੇ ਦੁੱਖ ਨਹੀਂ ਚੱਕ ਸਕਦੇ। ਉਹ ਸਾਰੀ ਦੁਨੀਆ ਦਾ ਦੁੱਖ, ਸਾਰੀ ਦੁਨੀਆ ਨੂੰ ਠਾਰਨ ਵਾਸਤੇ, ਤਪਦੀ ਦੁਨੀਆ ਨੂੰ ਠਾਰਨ ਵਾਸਤੇ ਉਹਨਾਂ ਨੇ ਜਹਾਜ਼ ਗੁਰੂ ਗ੍ਰੰਥ ਸਾਹਿਬ ਬਣਾਇਆ ਹੈ। ਇਹ ਪ੍ਰਿਥਵੀਆ ਜਾਂ ਮਹਾਦੇਵ ਕਰ ਲੇਗਾ ਤੇ ਸਾਰੀ ਦੁਨੀਆ ਨੂੰ ਸਹਾਰਾ ਦਿੱਤਾ। ਤੇ ਸਾਰੀ ਦੁਨੀਆ 'ਚ ਠੰਡ ਵਰਤਾਈਏ, ਆਪ ਤੱਤੀਆਂ ਤਵਾ ਤਵੀਆਂ ਤੇ ਤੱਤੀ ਰੇਤਾ ਪਵਾ ਕੇ, ਆਪ ਦੁੱਖ ਸਹਿਣ ਕਰਕੇ ਦੁਨੀਆ ਨੂੰ ਸੁੱਖ ਦਿੱਤੇ ਗੁਰੂ ਅਰਜਨ ਸਾਹਿਬ ਨੇ। ਇਹ ਕੋਈ ਕਰ ਸਕਦਾ ਸੀ? ਏਡੇ ਵੱਡੇ ਗੁਰੂ ਗ੍ਰੰਥ ਸਾਹਿਬ ਦੁਨੀਆ ਨੂੰ ਕੋਈ ਦੇ ਸਕਦਾ ਸੀ? ਕਹਿੰਦੇ ਆਪਾਂ ਬਣ ਸਕਦੇ ਹਾਂ। ਥੰਮੇ ਕੋਈ ਨਾ ਸਾਧ ਬਿਨ, ਸਾਧ ਨਾ ਦਿਸੇ ਜਗ ਵਿੱਚ ਕੋਆ। ਧਰਮ ਧੌਲ ਪਕਾਰੇ ਤਰੇ ਖੜੋ। ਥੰਮੇ ਕੋਈ ਨਾ ਸਾਧ ਬਿਨ, ਸਾਧ ਨਾ ਦਿਸੇ ਜਗ ਵਿੱਚ ਕੋਆ। ਧਰਮ ਧੌਲ ਪੁਕਾਰੇ ਤਲੇ ਖੜੋਆ। ਧਰਮ ਧੌਲ ਪੁਕਾਰੇ ਤਲੇ ਖੜੋਆ। ਜਿਹੜਾ ਧਰਮ ਹੈ ਉਹ ਤਾਂ ਰੋਂਦਾ ਪਿਆ ਹੈ ਕਿ ਮਹਾਂਪੁਰਸ਼ਾਂ ਬਗੈਰ ਨਹੀਂ ਕੋਈ ਬੰਨੇ ਲਾ ਸਕਦਾ। ਮੇਰੇ ਸਤਿਗੁਰ ਪਰ ਪੁਕਾਰੀ, ਸਾਡੇ ਤੇ ਕਰਮ ਕਮਾਵੋ। मेरे सतगुर पर उपकारी,
साडे ते कर्म कमावो जी, सानू घेर लिया तूफानां ने, साडा बेड़ा बन्ने लावो जी, साडा बेड़ा बन्ने लावो जी। मेरे सतगुर पर उपकारी, साडे ते कर्म कमावो जी, सानू घेर लिया तूफानां ने, घेर लिया तूफानां ने, साडा बेड़ा बन्ने लावो जी, साडा बेड़ा बन्ने लावो जी। मेरे सतगुर पर उपकारी, साडे ते कर्म कमावो जी, घेर लिया तूफानां ने, घेर लिया तूफानां ने, साडा बेड़ा बन्ने लावो जी, साडा बेड़ा बन्ने लावो जी। सतगुर पर उपकारी, साडे ते कर्म कमावो जी, सानू घेर लिया तूफानां ने, घेर लिया तूफानां ने, साडा बेड़ा बन्ने लावो जी, साडा बेड़ा बन्ने लावो जी। मेरे सतगुर पर उपकारी, साडे ते कर्म कमावो जी, सानू घेर लिया तूफानां ने, घेर लिया तूफानां ने, साडा बेड़ा बन्ने लावो जी, साडा बेड़ा बन्ने लावो जी। दुनिया ਦੇ बड़े ਵੱਡੇ ਵੱਡੇ ਭਾਰ, ਬੜੇ ਬੋਝ ਆਉਂਦੇ ਨੇ, ਮਹਾਂਪੁਰਸ਼ ਦੂਰ ਕਰਦੇ। ਦੁਨੀਆ ਦਾ ਭਾਰ ਥੰਮੇ ਕੋਈ ਨਾ ਸਾਧ ਬਿਨ, ਸਾਧ ਨਾ ਦਿਸੇ ਜਗ ਵਿੱਚ ਕੋਆ। ਬਾਬਾ ਕੁੰਦਨ ਸਿੰਘ ਜੀ ਨੇ ਸਾਰਾ ਬੋਝ ਆਪਣੇ ਤੇ ਚੱਕਿਆ। ਨਾਨਕਸਰ ਵਿੱਚ ਲੜਾਈਆਂ ਹੋਣ ਲੱਗੀਆਂ, 3 ਮਹਾਂਪੁਰਖ ਸੀ। ਦੂਜੇ ਚੌਥੇ ਦਿਨ ਕਈ ਵਾਰੀ ਮਹੀਨੇ ਬਾਅਦ, ਸਾਲ ਬਾਅਦ ਹੱਲਾ ਗੁੱਲਾ ਹੋ ਹੀ ਜਾਂਦਾ ਸੀ। ਕੋਈ ਸੇਵਕ ਬਾਬਾ ਮੀਹਾਂ ਸਿੰਘ ਜੀ ਪਾਸ ਗੱਲ ਕਰਨ ਲੱਗਾ ਕਿ ਨਾਨਕਸਰ ਹੁਣ ਕੋਈ ਰਹਿ ਨਹੀਂ ਗਿਆ, ਆਪਸ ਵਿੱਚ ਹੀ ਲੜੀ ਜਾਂਦੇ ਆ। ਬਾਬਾ ਜੀ ਕਹਿਣ ਲੱਗੇ, ਭਾਈ ਤੈਨੂੰ ਕੀ ਪਤਾ, ਤੂੰ ਜਿੰਨੀ ਮੱਤਦਾ ਉਨੀ ਗੱਲ ਕਰਨੀ। ਇਹ ਸਾਡੇ ਮੁਰਸ਼ਿਦ ਗੁਰੂ ਦਾ ਦਰ ਏ, ਉਹਦੇ ਬਗੈਰ ਕਦੀ ਇਹ ਸੁਣਨਾ ਨਹੀਂ। ਉਹ ਆਪ ਹਾਜ਼ਰ ਬੈਠੇ ਨੇ। ਇਹ ਜਿਹੜੀਆਂ ਨਾਨਕਸਰ ਲੜਾਈਆਂ ਹੋ ਰਹੀਆਂ ਨੇ, ਇਹ ਦੇਸ਼ਾਂ ਦੀਆਂ ਲੜਾਈਆਂ ਮਹਾਂਪੁਰਖ ਇੱਥੇ ਹੀ ਖਤਮ ਕਰੀ ਜਾਂਦੇ। ਮਹਾਂਪੁਰਖਾਂ ਦੀ ਦ੍ਰਿਸ਼ਟੀ ਹੈ। ਕਹਿੰਦੇ ਜਿਹੜੀਆਂ ਹਿੰਦੁਸਤਾਨ, ਪਾਕਿਸਤਾਨ, ਚੀਨ, ਇੱਧਰ ਉੱਧਰ ਦੀਆਂ ਜੰਗੜੇ, ਉਹ ਬਾਬਾ ਜੀ ਇੱਥੇ ਖਤਮ ਕਰ ਦਿੰਦੇ ਨੇ, ਭੁਗਤਾ ਦਿੰਦੇ। ਇਹ ਬਿਲਕੁਲ ਵੇਖਦੇ ਰਹੇ ਆ ਕਿ ਉਧਰ ਮਾਰ ਮਰੀਆ ਬੜਾ ਹੁੰਦਾ ਸੀ, ਇਧਰ ਬਾਬਾ ਕੁੰਦਨ ਸਿੰਘ ਜੀ ਪੂਰੇ ਢਿੱਲੇ ਹੋ ਜਾਂਦੇ ਸੀ, ਪੂਰੇ ਢਿੱਲੇ ਹੋ ਜਾਂਦੇ ਸੀ। ਬਿਲਕੁਲ ਸਿੱਧਾ ਦਿਸਦਾ ਪਿਆ ਸੀ ਕਿ ਇਹ ਮਹਾਂਪੁਰਸ਼ਾਂ ਦਾ ਸਰੀਰ,
ਇਹ ਪਰਮੇਸ਼ਰ ਦਾ ਸਰੀਰ ਬਣ ਗਿਆ ਹੈ। ਆਖੋ ਸੀ ਵਾਹਿਗੁਰੂ। ਇਹ ਉਹਨਾਂ ਦਾ ਸਰੀਰ ਨਹੀਂ ਹੈ ਰਿਹਾ, ਇਹ ਰੱਬ ਦਾ ਸਰੀਰ ਬਣ ਗਿਆ। ਨਾਮ ਜਪ ਜਪ ਕੇ ਸਿਮਰਨ ਕਰ ਕਰਕੇ ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਸਰੀਰ ਪ੍ਰਵਾਨ ਹੋ ਗਿਆ। ਇਹ ਜਿਹੜੇ ਸਰੀਰਾਂ ਦੇ ਭਾਰ ਚੱਕਦੇ ਨੇ, ਧੰਨ ਬਾਬਾ ਕੁੰਦਨ ਸਿੰਘ ਜੀ ਸੰਸਾਰ ਦਾ ਭਾਰ ਚੱਕਦੇ। ਲੋਕਾਂ ਨੂੰ ਦਿਸਦਾ ਸੀ, ਸਾਡੇ ਬਜ਼ੁਰਗ ਸਾਰੇ ਰਲੇ ਮਿਲੇ ਪਾਰਟੀ ਵਿੰਗੇ ਟੇਢੇ ਸਿੱਧੇ ਅਸਿੱਧੇ ਕੰਮ ਕਰਦੇ ਸੀ। ਸਰਕਾਰੇ ਦਰਬਾਰੇ ਚੱਲਦੀ ਸੀ। ਕਹਿੰਦੇ ਨਾਨਕਸਰ ਮੱਥਾ ਟੇਕ ਲਈਏ। ਕਹਿੰਦੇ ਉੱਥੇ ਕੀ ਹੋਣਾ, ਉੱਥੇ ਤਾਂ ਪਾਰਟੀਆਂ ਹੈਗੀਆਂ ਆਪਸ ਵਿੱਚ। ਬਾਬਾ ਜੀ ਦਾ, ਬਾਬਾ ਆਨੰਦ ਸਿੰਘ ਜੀ ਦਾ, ਬਾਬਾ ਈਸ਼ਰ ਸਿੰਘ ਜੀ ਦਾ ਚਲੇ ਗਏ ਸੱਚਖੰਡ ਨੂੰ। ਹੁਣ ਤਾਂ ਧੜੇ ਬਣੇ ਹੋਏ ਆ ਪਾਰਟੀਆਂ ਨੇ। ਮੱਥਾ ਟੇਕ ਕੇ ਵਾਪਸ ਜਾ ਰਹੇ ਸੀ, ਇੱਕ ਸੇਵਾਦਾਰ ਮੋੜ ਕੇ ਲੈ ਆ ਕੇ ਬਾਬਾ ਜੀ ਆਪਣੇ ਪਿੰਡਾਂ ਦੇ ਨੇ ਪਾਕਿਸਤਾਨ ਚ, ਸਾਰਿਆਂ ਨੂੰ ਬਾਬਾ ਜੀ ਦੇ ਕੋਲ ਆਏ ਤੇ ਬਾਬਾ ਜੀ ਨੇ ਫਿਰ ਬੜੀ ਮਿਹਰ ਕੀਤੀ, ਕਿਰਪਾ ਵਰਤਾਈ, ਸਾਰਿਆਂ ਦੇ ਕਰਮ ਬਦਲਤੇ, ਸਾਰਿਆਂ ਤੇ ਬਖਸ਼ਿਸ਼ ਕਰਤੀ, ਆਪਦੇ ਕੋਲ ਰੱਖਿਆ। ਸਾਡੇ ਪਿਤਾ ਜੀ ਕਹਿੰਦੇ ਪਹਿਲਾ ਦਿਨ ਜ਼ਿੰਦਗੀ ਦਾ ਸੀ, ਬਾਬਾ ਜੀ ਨੂੰ ਮਹਿੰਦਰ ਸਿੰਘ ਨੇ ਕਿਹਾ ਜੀ ਉਹ ਜਿਹੜੇ ਗੁਰਮੁਖ ਪਿਆਰੇ ਆਏ ਨੇ ਇੱਧਰੋਂ ਸਾਡੇ ਪਿੰਡਾਂ ਵੱਲੋਂ, ਠੰਡੇ ਤੋਂ ਉਹਨਾਂ ਵਾਸਤੇ ਕੋਈ ਬਿਸਤਰਾ ਨਹੀਂ ਹੈਗਾ। ਬਾਬਾ ਜੀ ਨੇ ਆਪਦੇ ਬਿਸਤਰੇ ਸਾਰੇ ਚੁਕਾਤੇ। ਉਧਰ ਸ਼ਰਾਬੀ ਕਬਾਬੀ, ਇੱਧਰ ਨਾਮ ਜਪਣ ਵਾਲੇ ਮਹਾਂਪੁਰਖ। ਤੇ ਮੇਰੇ ਪਿਤਾ ਜੀ ਕਹਿੰਦੇ ਸਾਨੂੰ ਕਹਿਣ ਲੱਗੇ ਮਹਿੰਦਰ ਸਿੰਘ, ਇੰਦਰ ਸਿੰਘ, ਕਿ ਬਾਬਾ ਜੀ ਨੇ ਆਪਦੇ ਬਿਸਤਰੇ ਦਿੱਤੇ ਆ। ਕਹਿੰਦੇ ਉਦੋਂ ਹੀ ਸਾਨੂੰ ਸਮਝ ਪੈ ਗਈ ਕਿ ਆਪ ਮਹਾਂਪੁਰਖਾਂ ਨੇ ਆਪਦੀ ਤੂੜੀ ਦਿੱਤੀ ਆ। ਸਾਡੇ ਪਾਪੀਆਂ ਤੇ ਬਾਬਾ ਜੀ ਦੀ ਧੂੜੀ ਪਈ ਬਿਸਤਰਿਆਂ ਦੇ ਰਾਹੀਂ। ਕਹਿੰਦੇ ਸਾਰੇ ਮਾਸ ਸ਼ਰਾਬ ਖਾਣ ਪੀਣ ਵਾਲੇ, ਲੜਾਈਆਂ ਝਗੜੇ ਕਰਨ ਵਾਲੇ ਪਾਰਟੀ ਬਾਜ਼ ਸੀ। ਕਹਿੰਦੇ ਅਸਲ ਵਿੱਚ ਅਸੀਂ ਕਹਿ ਰਹੇ ਸੀ ਕਿ ਇੱਥੇ ਪਾਰਟੀਆਂ ਨੇ, ਅਸੀਂ ਖੁਦ ਹੀ ਪਾਰਟੀ ਬਾਜ਼ ਸੀ। ਪਾਰਟੀਆਂ ਵਾਲਿਆਂ ਨੂੰ ਪਾਰਟੀਆਂ ਹੀ ਨਜ਼ਰ ਆਉਂਦੀਆਂ, ਪਰ ਇੱਧਰ ਮਹਾਂਪੁਰਸ਼ ਬ੍ਰਹਮ ਗਿਆਨੀ ਸੀ, ਜਿਨ੍ਹਾਂ ਨੇ ਆਪਦੇ ਬਿਸਤਰੇ ਦੇ ਕੇ, ਆਪਦੀ ਧੂੜ ਦੇ ਕੇ ਸਾਡੇ ਸਭ ਦੀਆਂ ਤਕਦੀਰਾਂ ਬਦਲਤੀਆਂ। ਮਾੜਿਆਂ ਪਾਸਿਆਂ 'ਚ ਜਾਂਦੇ ਸੀ, ਮਾੜਾ ਖਾਂਦੇ ਸੀ, ਇੱਥੋਂ ਦੇ ਸੇਵਾਦਾਰ ਬਣਾ ਲਿਆ, ਪਹਿਰੇਦਾਰ ਬਣਾ ਲਿਆ, ਕੋਲ ਰੱਖ ਲਿਆ। ਇਹ ਮਹਾਂਪੁਰਸ਼ ਕਿਰਪਾ ਕਰਦੇ ਆ। ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੇ, ਦੁਨੀਆ ਨੂੰ ਗਿਆਨ ਨਹੀਂ ਹੁੰਦਾ। ਦੁਨੀਆ ਤਾਂ ਆਖੇਗੀ ਸਾਧ ਲੜਦੇ ਪਏ ਨੇ, ਦੁਨੀਆ ਆਖੇਗੀ ਪਾਰਟੀਆਂ ਨੇ, ਦੁਨੀਆ ਆਖੇਗੀ ਬਾਬਾ ਕੁੰਦਨ ਸਿੰਘ ਜੀ। ਕਹਿੰਦੇ ਕੋਈ ਕਹਿਣ ਲੱਗੇ ਕਿ ਕਾਹਦੇ ਸੰਤੇ, ਲੱਤਾਂ ਕੰਬਦੀਆਂ ਨੇ, ਹੱਥ ਕੰਬਦੇ ਨੇ, ਤੁਰਿਆ ਜਾਂਦਾ ਨਹੀਂ, ਸਹਾਰਾ ਲੈ ਕੇ ਜਾਂਦੇ ਨੇ। ਇਹ ਕਾਹਦੇ ਸੰਤੇ, ਸੰਤਾਂ ਦੇ ਦਾ ਸਰੀਰ ਕੰਚਨ ਵਰਗੇ ਹੁੰਦੇ ਨੇ, ਪਰ ਉਹਨੂੰ ਪਤਾ ਨਹੀਂ ਕਿ ਇਹ ਦੁਨੀਆ ਦਾ ਭਾਰ ਚੱਕਿਆ ਹੋਇਆ। ਗੁਰਮੁਖ ਸਿੰਘ ਸੀ ਜਿਹਨੇ ਬਾਬਾ ਜੀ ਦਾ ਇਤਿਹਾਸ ਲਿਖਿਆ। ਬਾਬਾ ਜੀ ਕੋਲ ਆ ਗਿਆ, ਕਦੇ ਆਉਂਦਾ ਨਹੀਂ ਸੀ, ਆ ਗਿਆ ਚਲੋ।
ਬਾਬਾ ਜੀ ਦੇ ਅਸੀਂ ਹੱਥ ਕੰਬ ਰਹੇ, ਪੈਰ ਕੰਬ ਰਹੇ, ਸਰੀਰ ਤੇ ਕਾਫੀ ਲੋੜ ਹੈ। ਕਹਿੰਦਾ ਜੀ ਇਹ ਮੈਨੂੰ ਦੇ ਦਿਓ ਥੋੜਾ ਜਿਹਾ ਵਿੱਚੋਂ, ਭਾਰ ਮੈਂ ਤੁਹਾਡਾ ਬਣਾ ਦਿਆਂ। ਬਾਬਾ ਜੀ ਕਹਿੰਦੇ ਲੈ ਲਾ, ਪੂਰਾ ਲੈਣਾ ਹੀ ਥੋੜਾ ਲੈਣਾ ਜੀ, ਥੋੜਾ ਜਿਹਾ ਦੇ ਦਿਓ। ਜਦੋਂ ਗਿਆ ਤੇ ਚੀਕਾਂ ਹੀ ਨਿਕਲ ਗਈਆਂ, ਪੂਰਾ ਬੁਰਾ ਹਾਲ ਹੋ ਗਿਆ। ਤੇ ਕਹਿੰਦਾ ਮੈਂ ਆਪ ਬਾਬਾ ਕੁੰਦਨ ਸਿੰਘ ਨੂੰ ਕਿਹਾ ਕਿ ਮਾੜਾ ਜਿਹਾ ਸਾਨੂੰ ਵੀ ਦੇ ਦਿਓ, ਤੁਸੀਂ ਭਾਰ ਚੱਕੀ ਖਲੋਤੇ ਜੀ। ਸਮਝ ਪੈ ਗਈ ਇੰਨੀ ਬਣਦੀ ਨਹੀਂ ਸੀ। ਮਹਾਂਪੁਰਖਾਂ ਦੀ ਆਪਣੀ ਰਜਾ ਹੁੰਦੀ, ਕਿਹਨੂੰ ਨੇੜੇ ਲਾਉਣਾ, ਕਿਹਨੂੰ ਨਹੀਂ ਲਾਉਣਾ, ਕਿਹਨੂੰ ਕਿੱਥੇ ਰੱਖਣਾ, ਕਿਵੇਂ ਰੱਖਣਾ। ਕਈ ਵੱਡਿਆਂ ਮਹਾਂਪੁਰਖਾਂ ਦੇ ਸੇਵਾਦਾਰਾਂ ਨੂੰ ਮਹਾਂਪੁਰਖ ਆਪਦੇ ਪੈਰੀ ਨਹੀਂ ਪਾਉਂਦੇ, ਉਹਨਾਂ ਨੂੰ ਆਪਣੀ ਮਾਇਆ ਵਰਤਾ ਕੇ ਰੱਖਦੇ ਨੇ ਕਿ ਇਹਨਾਂ ਨੇ ਉਹਨਾਂ ਦੇ ਚਰਨ ਪੂਜੇ ਨੇ ਤੇ ਇਹਨਾਂ ਨੂੰ ਆਪਦੇ ਸਤਿਕਾਰ ਨਹੀਂ ਕਰਾਉਣੇ, ਇਹਨਾਂ ਨੇ ਵੱਡਿਆਂ ਦੇ ਚਰਨ ਪੂਜੇ। ਕਹਿੰਦੇ ਬਾਬਾ ਕੁੰਦਨ ਸਿੰਘ ਜੀ ਗੁਰਮੁਖ ਸਿੰਘ ਕਹਿਣ ਲੱਗੇ ਧੰਨ ਨੇ, ਇੰਨਾ ਭਾਰ ਚੱਕਿਆ ਮੈਨੂੰ, ਮੈਂ ਤਾਂ ਥੋੜਾ ਜਿਹਾ ਕਿਤੇ ਕਹਿ ਬਿਠਾ, ਕਹਿੰਦੇ ਲੈ ਜਾ। ਕਹਿੰਦਾ ਮੈਂ ਤਾਂ ਬੜਾ ਹੀ ਔਖਾ ਫਿਰ ਮੰਜੇ ਤੇ ਪੈ ਗਿਆ, ਸਰੀਰ ਜੁੜ ਗਿਆ। ਕਹਿੰਦੇ ਵੀ ਇਹ ਤਾਂ ਮਹਾਂਪੁਰਸ਼ ਧੰਨ ਨੇ, ਬੰਦਾ ਕਿੱਥੋਂ ਚੱਕ ਸਕਦਾ। ਥੰਮੇ ਕੋਈ ਨਾ ਸਾਧ ਮੈਨੂੰ, ਸਾਧ ਨਾ ਦਿਸੇ ਜਗ ਵਿੱਚ ਕੋਆ, ਨਾਮ ਜਪ ਕੇ ਜਪਾ ਕੇ। ਮਹਾਂਪੁਰਖ ਬੇੜਾ ਬੰਨੇ ਲਾਉਂਦੇ ਆ। ਬਾਬਾ ਜੀ ਨੇ ਬਹੁਤ ਸੇਵਾ ਗੁਰੂ ਸਾਹਿਬ ਦੀ ਕੀਤੀ। ਬਾਬਾ ਖੇਮ ਸਿੰਘ ਜੀ ਨੇ ਬਹੁਤ ਨਾਮ ਜਪਾਇਆ। ਪੰਜਵਾਂ 4 ਵੇਦ ਨੇ ਤੇ ਪੰਜਵਾਂ ਹੈ ਪਰਮੇਸ਼ਰ। ਪੰਜਵੇਂ ਨੇ ਗੁਰੂ ਗ੍ਰੰਥ ਸਾਹਿਬ, ਗੁਰੂ ਪਰਮੇਸ਼ਰ। ਪੰਜਵੇਂ ਨੇ ਮਹਾਂਪੁਰਖ, ਪਰਮਾਤਮਾ ਦਾ ਰੂਪ, ਜਿਨ੍ਹਾਂ ਦੀ ਮਹਿਮਾ ਵੇਦ ਵੀ ਨਹੀਂ ਜਾਣਦੇ। 4 ਵੇਦ ਨੇ, ਪੰਜਵੇਂ ਨੇ ਸਾਧੂ ਰੱਬ ਦੇ ਪਿਆਰੇ, ਜਿਨ੍ਹਾਂ ਦੀ ਮਹਿਮਾ ਵੇਦ ਵੀ ਨਹੀਂ ਜਾਣਦੇ। ਮਹਿਮਾ ਨਾ ਜਾਣੇ ਵੇਦ, ਇਹ ਨਹੀਂ ਜਾਣਦੇ ਸਾਧੂਆਂ ਦੀ ਮਹਿਮਾ। ਵੇਦ ਨਾ ਜਾਣਦੇ ਸੰਤਾਂ ਦੀ ਮਹਿਮਾ ਤਾਈ, ਵੇਦ ਨਾ ਜਾਣਦੇ ਸੰਤਾਂ ਦੀ ਮਹਿਮਾ ਤਾਈ। ਨਾ ਜਾਣਦੇ ਸੰਤਾਂ ਦੀ ਮਹਿਮਾ ਤਾਈ, ਵੇਦ ਨਾ ਜਾਣਦੇ ਸੰਤਾਂ ਦੀ ਮਹਿਮਾ ਤਾਈ। ਵੇਦ ਨਾ ਜਾਣਦੇ ਸੰਤਾਂ ਦੀ ਮਹਿਮਾ ਤਾਈ, ਵੇਦ ਨਾ ਜਾਣਦੇ ਸੰਤਾਂ ਦੀ ਮਹਿਮਾ ਤਾਈ। ਵੇਦ ਨਾ ਜਾਣਦੇ ਸੰਤਾਂ ਦੀ ਮਹਿਮਾ ਤਾਈ, ਵੇਦ ਨਾ ਜਾਣਦੇ ਸੰਤਾਂ ਦੀ ਮਹਿਮਾ ਤਾਈ। ਸੰਤਾਂ ਦੀ ਮਹਿਮਾ ਤਾਈ, ਸੰਤਾਂ ਦੀ ਮਹਿਮਾ ਤਾਈ। ਸੰਤਾਂ ਦੀ ਮਹਿਮਾ ਤਾਈ, ਸੰਤਾਂ ਦੀ ਮਹਿਮਾ ਤਾਈ। ਵੇਦ ਨਾ ਜਾਣਦੇ ਸੰਤਾਂ ਦੀ ਮਹਿਮਾ, ਵੇਦ ਨਾ ਜਾਣਦੇ ਸੰਤਾਂ ਦੀ ਮਹਿਮਾ ਤਾਈ। ਵੇਦ ਨਾ ਜਾਣਦੇ ਸੰਤਾਂ ਦੀ ਮਹਿਮਾ ਤਾਈ, ਵੇਦ ਨਾ ਜਾਣਦੇ ਸੰਤਾਂ ਦੀ ਮਹਿਮਾ ਤਾਈ। ਸੰਤਾਂ ਦੀ ਮਹਿਮਾ
ਸੰਤਾਂ ਦੀ ਮਹਿਮਾ ਸੰਤਾਂ ਦੀ ਮਹਿਮਾ ਤਾਈ ਸੰਤਾਂ ਦੀ ਮਹਿਮਾ ਤਾਈ ਸੰਤਾਂ ਦੀ ਮਹਿਮਾ ਤਾਈ ਸੰਤਾਂ ਦੀ ਮਹਿਮਾ ਸੰਤਾਂ ਦੀ ਮਹਿਮਾ ਤਾਈ ਸੰਤਾਂ ਦੀ ਮਹਿਮਾ ਤਾਈ ਵੇਦ ਨਾ ਜਾਣਦੇ 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 ਸੰਤਾਂ ਦੀ ਮਹਿਮਾ ਤਾਈ ਗੁਰੂ ਦਾ ਨਾਮ, ਗੁਰੂ ਦੀ ਬਖਸ਼ਿਸ਼ ਸਭ ਤੇ ਵੱਡੀ। ਕਿੰਨਾ ਭਾਰ ਸੀ ਦੁਨੀਆ ਤੇ, ਸਾਰਿਆਂ ਦੇਸ਼ਾਂ ਦੇ ਹੱਥ ਖੜੇ ਹੋ ਗਏ ਸੀ ਕਿ ਇਹ ਬਿਮਾਰੀ ਜਿਹੜੀ ਆਈ ਹੈ ਨਾ, ਇਹ ਦੁਨੀਆ ਦਾ ਅੰਤ ਹੀ ਸਮਝੋ, ਕਰੋਨਾ ਦੀ। ਇਹਦਾ ਇਲਾਜ ਹੀ ਨਹੀਂ ਕੋਈ, ਡਿੱਗਦਾ ਬੰਦਾ ਤੇ ਮਰ ਜਾਂਦਾ, ਇਹੋ ਜਿਹੀ ਬਿਮਾਰੀ ਸੀ। ਉਧਰ ਬਿਮਾਰੀ, ਇਧਰ ਨਾਮ ਦੇ ਗੋਲੇ ਸਿੱਟ ਸਿੱਟ ਕੇ ਗੁਰੂ ਨਾਨਕ ਦੇ ਘਰ ਦੇ ਮਹਾਂਪੁਰਸ਼ਾਂ ਨੇ ਅਖੰਡ ਪਾਠਾਂ ਦੇ ਪ੍ਰਵਾਹ, ਸੰਪੜ ਪਾਠਾਂ ਦੇ ਪ੍ਰਵਾਹ, ਕੀਰਤਨ ਦੀਆਂ ਲੜੀਆਂ, ਉਹਦੀ ਸ਼ਕਤੀ ਕਮਜ਼ੋਰ ਕਰਤੀ ਕਰੋਨਾ ਦੀ, ਦਿਨੋਂ ਦਿਨ ਕਮਜ਼ੋਰ ਹੋ ਗਿਆ। ਇੰਨਾ ਚਿਰ ਪਹਿਲੀ ਵਾਰੀ ਜਿਹੜੇ ਸਕੂਲ ਸਕਾਲ ਨਹੀਂ ਲੱਗੇ, ਪੜ੍ਹਾਈਆਂ ਨਹੀਂ ਹੋਈਆਂ, ਕੰਮਕਾਰ ਬੰਦ ਕਰਨੇ ਪਏ, ਪਰ ਇੱਥੇ ਗੁਰੂ ਸਾਹਿਬ ਦੀ ਸ਼ਕਤੀ ਹੈ। ਜਿਹੜੇ ਇੰਨੇ ਪ੍ਰਵਾਹ ਚੱਲਦੇ ਪਏ ਨੇ ਕੀਰਤਨ ਦੇ, ਮੈਂ ਦੇਖ ਰਿਹਾ ਸੀ ਉਸ ਸਮੇਂ ਸੰਗਤ ਨਹੀਂ ਹੁੰਦੀ ਸੀ, ਕੀਰਤਨੀਏ ਕੀਰਤਨ ਕਰਦੇ ਸੀ, ਦਰਬਾਰ ਸਾਹਿਬ, ਹਜੂਰ ਸਾਹਿਬ, ਜਿਹੜੇ ਲਾਈਵ ਪ੍ਰੋਗਰਾਮ ਆਉਂਦੇ ਸੀ, ਤੇ ਪੂਰੇ ਸੱਚੇ ਮਨ ਨਾਲ ਉਹਨਾਂ ਦੀਆਂ ਆਵਾਜ਼ਾਂ ਨਿਕਲ ਰਹੀਆਂ ਸੀ, ਸ਼ਬਦ ਪੜ੍ਹਦੇ ਸੀ। ਦੁੱਖ ਤਕਲੀਫ ਦੇ ਆਧਾਰ ਤੇ ਸ਼ਬਦ ਪੜ੍ਹੇ ਜਾ ਰਹੇ ਸਨ। ਜਿਹੋ ਜਿਹੀ ਬਿਮਾਰੀ ਸੀ, ਦਰਬਾਰ ਸਾਹਿਬ ਵਿੱਚ ਕੋਈ ਨਹੀਂ ਵੜਿਆ, ਸੇਵਾਦਾਰ, ਪੱਕੇ ਪੱਕੇ ਸੇਵਾਦਾਰ ਵੀ ਰਹਿ ਗਏ। ਬੜੇ ਬੜੇ ਗੁਰਧਾਮਾਂ ਤੇ, ਇੱਥੇ ਨਾਨਕਸਰ ਦੇ ਵਿੱਚ ਬਾਬਾ ਮਾਹਰ ਨਾਮ ਸਿੰਘ ਜੀ ਦਾ ਜਨਮ ਦਿਹਾੜਾ ਲੰਘਿਆ ਏ, ਤੇ ਜ਼ੋਰ ਫੜ ਲਿਆ ਬਿਮਾਰੀ ਨੇ। 1 2 3 ਚੇਤਰ ਦਾ ਸੀ, ਤੇ ਇਧਰ 9 10 11 12 ਚੇਤਰ ਦਾ ਝੋੜਾਂ 'ਚ ਜਨਮ ਦਿਹਾੜਾ ਸੀ। ਉਸ ਸਮੇਂ ਬਿਲਕੁਲ ਬੰਦ ਸੀ ਕਿ ਸੰਗਤ ਆ ਹੀ ਨਹੀਂ ਸਕਦੀ, ਸੰਪੜ ਪਾਠਾਂ ਦੇ ਭੋਗ ਚੁੱਪ ਚੁਪੀਤੇ ਪਾਲੋ, ਕੋਈ ਨਾ ਆਵੇ। ਪੁਲਿਸ ਚਾਰੇ ਪਾਸੇ ਲੱਗ ਗਈ, ਪੂਰਨਮਾਸ਼ੀ ਤੇ ਲੱਗੀ, ਕੋਈ ਨਾਨਕਸਰ ਆ ਹੀ ਨਹੀਂ ਸਕਦਾ। ਸਾਰਿਆਂ ਨੇ ਕਿਹਾ ਵੀ ਰਹਿਣ ਸਬਾਈ ਰਹਿਣ ਦਿਓ ਅੱਜ। ਫਿਰ ਬਾਬਾ ਜੀ ਨੇ ਕਿਰਪਾ ਕਰਕੇ ਉਹ ਪੂਰਨਮਾਸ਼ੀ ਦੀ ਰਹਿਣ ਸਬਾਈ ਕਰਾ ਲਈ, ਜਥੇ ਲੱਗੇ ਰਹੇ। ਪਰ ਸਾਰੇ ਸੀ ਕਿ ਹੁਣ ਪੂਰਨਮਾਸ਼ੀ ਵੀ ਬਿਲਕੁਲ ਬੰਦ, ਕੋਈ ਸੰਗਤ ਨਹੀਂ ਦੀਵਾਨ ਵਿੱਚ ਬੈਠੀ, ਕੋਈ ਗੁਰਮੁਖ ਨਹੀਂ। ਏਡਾ ਵੱਡਾ ਕਲਯੁਗ ਦਾ ਪ੍ਰਭਾਵ ਸੀ। ਪਿਆਰਿਓ ਨਿਕਲ ਗਿਆ ਹੈ ਨਾ, ਆਖੋ ਸ੍ਰੀ ਵਾਹਿਗੁਰੂ। ਦੁੱਖ ਮੁਸੀਬਤਾਂ ਆਉਂਦੀਆਂ ਸਿਰ ਤੇ, ਗੁਰੂ ਹੋਵੇ ਤੇ ਨਿਕਲ ਜਾਂਦੀਆਂ।
ਐਡੀ ਵੱਡੀ ਤਗੜੀ ਬਿਮਾਰੀ ਨੂੰ ਨਾਮ ਦੇ ਕੀਰਤਨ ਦੇ ਸੰਗਤਾਂ ਦੇ ਪਾਠ ਕੀਤੇ ਹੋਏ, ਜਪ ਤਪ ਕੀਤੇ ਹੋਏ, ਇਹੋ ਜਿਹੇ ਗੋਲੇ ਵੱਜੇ ਕਿ ਜਿਹੜਾ ਕਰੋਨਾ ਖਤਮ ਹੁੰਦਾ ਗਿਆ। ਇਹ ਤਾਂ ਹੁਣ ਦਵਾਈਆਂ, ਜਦੋਂ ਕਰੋਨਾ ਖਤਮ ਹੋ ਗਿਆ ਉਦੋਂ ਦਵਾਈਆਂ ਨਿਕਲ ਆਈਆਂ। ਇਹਨਾਂ ਦੀਆਂ ਉਦੋਂ ਦਵਾਈਆਂ ਨਿਕਲ ਆਈਆਂ ਜਦੋਂ ਬਿਮਾਰੀ ਖਤਮ ਹੋ ਗਈ। ਕੀਤੀ ਗੁਰੂ ਸਾਹਿਬ ਨੇ, ਮਹਾਂਪੁਰਸ਼ਾਂ ਨੇ, ਸ਼ਹੀਦ ਸਿੰਘਾਂ ਨੇ, ਜਿਹੜੇ ਗੁਰੂ ਨਾਨਕ ਦੇ ਘਰ ਦੇ ਪਹਿਰੇਦਾਰ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੇ ਫੰਦਾ। ਨਾਮ ਔਖਦ ਇਹ ਦੁੱਖਾਂ ਨੂੰ ਦੂਰ ਕਰਦਾ ਹੈ। ਕੀਰਤਨ ਦੇ ਪਾਠ, ਪ੍ਰਵਾਹ, ਸੁਖਮਨੀ ਸਾਹਿਬ ਦੇ ਪਾਠ, ਜਪਜੀ ਸਾਹਿਬ ਦੇ ਪਾਠ, ਮੂਲ ਮੰਤਰ ਦੀਆਂ ਮਾਲਾ ਸਾਰੇ ਵੱਧ ਤੋਂ ਵੱਧ ਕਰੋ ਰੋਜ਼। ਲਿਖਾਓ, ਦੁੱਖ ਦਲਿੱਦਰ ਦੂਰ ਰਹਿਣਗੇ। ਵੱਧ ਤੋਂ ਵੱਧ ਕਰੋ ਸੰਗਤ ਦੇ ਵਿੱਚ, ਵੱਧ ਤੋਂ ਵੱਧ ਨਾਮ ਜਪੋ ਤੇ ਜਪਾਓ। ਸਾਡੇ ਭਾਰ ਪਾਪ ਟਲੇ ਰਹਿਣਗੇ। ਨਾਮ ਦੇ ਨਾਲ ਮਹਾਂਪੁਰਸ਼ਾਂ ਨੇ ਠੰਡ ਵਰਤਾਤੀ। ਏਡਾ ਭਿਆਨਕ ਸਮਾਂ ਸੀ। ਬਾਬਾ ਕੁੰਦਨ ਸਿੰਘ ਜੀ, ਬਾਬਾ ਖੇਮ ਸਿੰਘ ਜੀ ਦੋਨਾਂ ਨੇ ਇਹੋ ਜਿਹਾ ਮੋਢਾ ਲਾਇਆ ਸੰਸਾਰ ਤੇ ਕਿ ਜਿਹੜਾ ਇੰਨਾ ਭਿਆਨਕ, ਇਹ ਲੁੱਟਾਂ ਖੋਹਾਂ ਬੰਦ ਨਹੀਂ ਹੋ ਸਕਦੀਆਂ ਸੀ, ਇਹ ਵਾਰਦਾਤਾਂ ਬੰਦ ਨਹੀਂ ਹੋ ਸਕਦੀਆਂ ਸੀ। ਮਹਾਂਪੁਰਖਾਂ ਨੇ ਸਭ ਖੇਡ ਖਤਮ ਕਰਤੀ। ਅੱਗੇ ਵਰਗਾ ਸ਼ਾਂਤੀ ਪੂਰਵਕ ਪੂਰਾ ਮਾਹੌਲ ਹੋ ਗਿਆ। ਸਾਰੇ ਸ਼ਾਂਤੀ ਸ਼ਾਂਤੀ ਵਰਤ ਗਈ। ਅੱਜ ਕਲਯੁਗ ਦੀ ਭੈੜੀ ਬਿਮਾਰੀ ਆਈ ਕਰੋਨਾ। ਗੁਰੂਆਂ ਨੇ ਆਪਣੀ ਮਿਹਰ ਕਿਰਪਾ ਕਰਕੇ ਸੰਗਤਾਂ ਤੋਂ ਨਾਮ ਜਪਾ ਕੇ ਇੰਨੀ ਭਿਆਨਕ ਬਿਮਾਰੀ ਨੂੰ ਖਤਮ ਕਰਕੇ ਨਿਚੋੜ ਕੇ ਰੱਖਦਾ। ਜਿਹੜੀ ਬਿਮਾਰੀ ਨੇ ਦੁਨੀਆ ਮਾਰ ਕੇ ਰੱਖ ਦੇਣੀ ਸੀ, ਨਿਚੋੜ ਕੇ ਸਾਧੂਆਂ ਨੇ, ਨਾਮ ਜਪਣ ਵਾਲਿਆਂ ਨੇ ਬਿਮਾਰੀ ਨਿਚੋੜ ਕੇ ਰੱਖ ਦਿੱਤੀ। ਬਿਮਾਰੀ ਨੂੰ ਮਾਰ ਕੇ ਰੱਖਦਾ। ਜਿਹੜੀ ਵੱਡੀ ਮਾਰ ਬਣ ਕੇ ਆਈ ਸੀ ਨਾ, ਕਿ ਇਹ ਇਕੱਲੀ ਇੱਕ ਹਿੰਦੁਸਤਾਨ ਦੀ ਨਹੀਂ ਸੀ, ਇਹ ਬਿਮਾਰੀ ਸਾਰੇ ਦੇਸ਼ਾਂ ਵਿੱਚ ਹੀ ਆ ਗਈ ਸੀ। ਐਡੀ ਵੱਡੀ ਭਿਆਨਕ ਬਿਮਾਰੀ ਜਿਹੜੀ ਪੂਰੇ ਦੇਸ਼ਾਂ ਵਿੱਚ, ਤੇ ਨਾਮ ਦੇ ਪ੍ਰਤਾਪ ਦੇ, ਗੁਰੂਆਂ ਦੇ ਪ੍ਰਤਾਪ ਨੇ ਥੰਮੇ ਕੋਈ ਨਾ ਸਾਧ ਬਿਨ। ਇਹ ਦੱਸਿਆ ਹੈ। ਇਹ ਕਦੋਂ ਦੀ ਗੱਲ ਹੈ? ਜਦੋਂ ਗੁਰੂ ਨਾਨਕ ਸਾਹਿਬ ਨਹੀਂ ਆਏ ਸੀ। ਜਦੋਂ ਗੁਰੂ ਨਾਨਕ ਦੇਵ ਜੀ ਧਰਤੀ ਤੇ ਆ ਗਏ ਤੇ ਫਿਰ ਤਾਂ ਸਾਧੂਆਂ ਦੀ ਕਮੀ ਹੀ ਨਹੀਂ। ਫਿਰ ਤਾਂ ਸਾਧੂ ਹੀ ਸਾਧੂ ਕਰਤੇ ਉਹਨਾਂ ਨੇ। ਕਿੰਨੀਆਂ ਸੰਪਰਦਾਵਾਂ ਨੇ, ਕਿੰਨੇ ਗੁਰਸਿੱਖ, ਕਿੰਨੇ ਮਹਾਂਪੁਰਖ ਨੇ। ਹਜ਼ੂਰ ਸਾਹਿਬ ਦੇ ਸਿੰਘ ਸਾਹਿਬ, ਪੁਜਾਰੀ ਸਾਹਿਬ ਨੂੰ ਵੀ ਆਪਣੇ ਤੇ ਭਾਰ ਚੱਕਣਾ ਪਿਆ। ਬਹੁਤ ਕਸ਼ਟ ਆਇਆ ਉਹਨਾਂ ਦੇ ਵੀ। ਉਹਨਾਂ ਦਾ ਭਰਾ ਸੀ, ਕੰਮ 'ਚ ਤੁਰ ਗਿਆ, ਮਾਤਾ ਜੀ ਢਿੱਲੇ ਹੋ ਗਏ। ਇਹ ਦੁਨੀਆ ਦਾ ਜਿਹੜਾ ਭਾਰ ਸੀ, ਇਹ ਸਾਧੂਆਂ ਨੇ, ਮਹਾਂਪੁਰਖਾਂ ਨੇ ਵੰਡਤਾ, ਖਤਮ ਕਰਤਾ। ਨਾਮ ਦੇ ਪ੍ਰਵਾਹ ਚਲਾ ਕੇ, ਬਾਣੀ ਦੇ ਪ੍ਰਵਾਹ, ਵੱਧ ਤੋਂ ਵੱਧ ਨਾਮ ਜਪੋ, ਬਾਣੀ ਪੜੋ, ਢਿੱਲ ਨਾ ਕਰਿਆ ਕਰੋ। ਸਾਡੇ ਸਾਰੇ ਭਿਆਨਕ ਦੁੱਖ, ਰੋਗ, ਬਿਮਾਰੀਆਂ ਨਾਮ ਨਾਲ ਪਾਸੇ ਹਟ ਜਾਂਦੇ। ਇਹ ਨਾਮ ਏਡੀ ਵੱਡੀ ਚੀਜ਼ ਹੈ। ਜਾਂ ਕੋ ਮੁਸ਼ਕਲ ਅਤ ਬਣੀ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਗ ਵੀ ਭੱਜ ਖੜੇ, ਸਭੋ ਭੱਜੇ ਆਸਰਾ ਚੁੱਕੇ ਸਭ ਸਰਾਓ। ਐਡੀਆਂ ਭਿਆਨਕ ਮੁਸੀਬਤਾਂ ਬਣ ਗਈਆਂ ਨੇ, ਆਫਤਾਂ ਬਿਮਾਰੀਆਂ ਨੇ ਘੇਰਾ ਪਾ ਲਿਆ ਕਿ ਬਿਲਕੁਲ ਖਤਮ ਹੋ ਜਾਵਾਂਗੇ।
एडी मुश्किलात दी कोई सहारा नहीं देंदा। सारे दुश्मन जोर फड़ गए ने, साख साथ छड़ गए ने, सारे आसरे चके गए ने। जे चित आवे उस पार ब्रह्म तां लगे ना तत्ती वाओ। गुरु चित विच आ जाए ते तत्ती वाह नहीं लगदी। गुरु दुखां दलिदरां नूं दूर करदे ने। अपने सारे जथियां तो बाबा कुंदन सिंह जी ते बाबा खेम सिंह जी दी प्यारी मिठी याद बरसी दी याद विच माघ मजन संग साधुआं तूड़ी कर इशनान नानक सर दी पवित्र धरती ते हाजरियां भरियां ने। सब नूं जी आइआं नूं, सब नूं जी आइआं नूं। कराली वाले उत्थों चल के आए ने हजूर साहिब तो। बेअंत संगतां जिहड़ियां दूरों नेड़े पहुंचियां, सब दियां हाजरियां भरियां गईयां। हुण हुक्मनामा सुनो। हर जस गायो संत जना मिल। धन गुरु नानक। हर जस गायो संत जना मिल। हर जस गायो संत जना। हर जस गायो संत जना मिल। हर जस गायो संत जना। कोट जन्म के दुख गवायो। कोट जन्म के दुख गवायो। जो चाहत सोई मन पायो। जो चाहत सोई मन पायो। कर किरपा हर नाम दवायो। कर किरपा दिवायो कर कृपा। सर्व सुख हर नाम बढ़ाई। सर्व सुख हर नाम बढ़ाई। गुर प्रसाद नानक मत पाई। गुर प्रसाद नानक मत पाई। मिल हर जस गायो संत जना। मिल हर जस गायो संत जना। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਹਦੂਰ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੇ ਹਾਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਅੰਧਕਾਰ ਨਾਨਕ ਤੇ ਮੁਖ ਉਜਲੇ ਕੀਰਤੀ ਛੁਟੀ ਨਾ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਰਤੀ ਛੁੱਟੀ ਨਾ